ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਅੱਜ ਦਾ ਸ਼ੋਅ ਬਹੁਤ ਹੀ ਖਾਸ ਟੌਪਿਕ ਤੇ ਹੈ। ਟੌਪਿਕ ਇਸ ਲਈ ਕੈਨੇਡਾ ਬਹੁਤ ਵੱਡੇ ਪੱਧਰ ਤੇ ਰਿਜੈਕਸ਼ਨ ਦੇ ਰਿਹਾ। ਕੈਨੇਡਾ ਹੋ ਸਕਦਾ ਆਉਣ ਵਾਲੇ ਸਮੇਂ 'ਚ ਕੁਝ ਬੱਚੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਵੀ ਕਰਾ ਲੈਣ। ਉਹ ਕਿਸ ਤਰ੍ਹਾਂ ਹੋ ਸਕਦਾ ਹੈ? ਕੀ ਉਹਦੇ 'ਚ ਜਿਹੜੀਆਂ ਅੱਜ ਚੀਜ਼ਾਂ ਨੇ ਸਾਹਮਣੇ ਨਹੀਂ ਰੱਖੀਆਂ ਜਾ ਰਹੀਆਂ? ਰਿਜੈਕਸ਼ਨ ਦੇ ਕਾਰਨ ਕੀ ਰਹਿ ਰਹੇ ਨੇ? ਕਿਉਂ AIP ਰਿਜੈਕਟ ਹੋ ਰਿਹਾ? ਜਦਕਿ ਪ੍ਰਮੋਸ਼ਨ ਇਸ ਹਿਸਾਬ ਨਾਲ ਹੋ ਰਹੀ ਹੈ ਵੀ ਜਿਹੜਾ ਮਰਜ਼ੀ ਵੀਜ਼ਾ ਲਾ ਲਓ ਜੀ, ਸਾਰਿਆਂ ਦੇ ਵੀਜ਼ੇ ਆ ਜਾਣੇ। ਨਹੀਂ, ਇੱਦਾਂ ਨਹੀਂ ਹੋ ਰਿਹਾ। ਰਿਜੈਕਸ਼ਨ ਬਾਰੇ ਗੱਲ ਨਹੀਂ ਕੀਤੀ ਜਾ ਰਹੀ, ਰਿਜੈਕਸ਼ਨ ਨਹੀਂ ਦੱਸੀ ਜਾ ਰਹੀ ਤਾਂ ਕਿ ਅੱਜ ਬੱਚੇ ਅਪਲਾਈ ਕਰਨ ਵੱਲ ਤੁਰੇ ਰਹਿਣ। ਬਟ ਬੱਚਿਆਂ ਲਈ, ਉਹਨਾਂ ਦੇ ਪੇਰੈਂਟਸ ਲਈ ਜਾਣਨਾ ਜ਼ਰੂਰੀ ਹੈ ਵੀ ਰਿਜੈਕਸ਼ਨ ਅੱਜ ਵੀ ਆ ਰਹੀ ਹੈ ਜੀ। ਅੱਜ ਇਸ ਸ਼ੋਅ ਦੇ ਵਿੱਚ ਤੁਹਾਨੂੰ ਦੱਸਾਂਗੇ ਐਕਚੁਅਲ ਕਿੱਥੇ ਕਿੱਥੇ ਬੱਚਿਆਂ ਨੂੰ ਜਿਹੜੀਆਂ ਚੀਜ਼ਾਂ ਦੱਸਣੀਆਂ ਚਾਹੀਦੀਆਂ ਉਹ ਨਹੀਂ ਦੱਸੀਆਂ ਜਾ ਰਹੀਆਂ। ਤੁਸੀਂ ਵੀ ਮਨ ਦੇ ਵਿੱਚ ਕੋਈ ਸਵਾਲ ਹੈ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਫੋਨ 'ਤੇ ਜਿਹੜਾ ਤੁਸੀਂ ਕਾਲ ਕਰਨਾ, ਨੰਬਰ TV ਸਕਰੀਨ 'ਤੇ ਚੱਲ ਰਿਹਾ। ਹਰ ਇੱਕ ਚੀਜ਼ ਦਾ ਜਵਾਬ ਦੇਣ ਲਈ ਸੱਦਾ ਦਿੱਤਾ ਗਿਆ CFC ਤੋਂ ਗੁਰਪ੍ਰੀਤ ਜੀ ਨੂੰ। ਗੁਰਪ੍ਰੀਤ ਜੀ ਬਹੁਤ ਬਹੁਤ ਸਵਾਗਤ। ਥੈਂਕ ਯੂ। ਗੁਰਪ੍ਰੀਤ ਜੀ, ਪਹਿਲੇ ਅੱਜ ਦੇ ਸਿਨੈਰੀਓ ਦੀ ਗੱਲ ਕਰ ਲਈਏ ਵੀ ਜਿਹੜਾ ਮੈਂ ਇੰਟਰੋਡਕਸ਼ਨ ਦੇ ਵਿੱਚ ਵੀ ਕਿਹਾ ਵੀ ਜੀ ਸਿਰਫ ਵੀਜ਼ੇ ਹੀ ਵੀਜ਼ੇ ਦਿਖਾਏ ਜਾ ਰਹੇ ਹੈ। ਮਤਲਬ AIP ਨੂੰ ਵੀਜ਼ਾ ਕਿਹਾ ਜਾ ਰਿਹਾ ਹੈ, ਫਿਰ ਕਿਹਾ ਜਾ ਰਿਹਾ ਵਧਾਈਆਂ ਜੀ ਬਹੁਤ ਵਧੀਆ ਹੋ ਗਿਆ, ਹਾਂਜੀ। ਤੇ ਰਿਜੈਕਸ਼ਨ ਬਾਰੇ ਗੱਲ ਹੀ ਨਹੀਂ ਹੋ ਰਹੀ। ਅਮਨ ਜੀ, ਲਾਸਟ ਵੀ ਮੈਂ ਤੁਹਾਡੇ ਇੱਥੇ ਮਤਲਬ ਮੰਚ 'ਤੇ ਆਈ ਸੀਗੀ। ਉਸ ਟਾਈਮ ਵੀ ਮੈਂ ਜੈਸਿਕਾ ਉਸ ਟਾਈਮ ਸੀਗੇ ਮੇਰੇ ਨਾਲ ਇੰਟਰਵਿਊ 'ਤੇ, ਅਤੇ ਜੈਸਿਕਾ ਨੇ ਮੈਨੂੰ ਪੁੱਛਿਆ ਸੀ ਮੈਮ AIP ਤੋਂ ਬਾਅਦ ਕੀ ਵੀਜ਼ਾਸ ਆਉਣਗੇ, ਅਤੇ ਮੇਰਾ ਇਹ ਜਵਾਬ ਸੀ ਕਿ AIP ਤੋਂ ਬਾਅਦ ਜਿਹੜੇ ਵੀਜ਼ਾਸ ਉਹਨਾਂ ਸਟੂਡੈਂਟਸ ਦੇ ਆਉਣਗੇ ਜਿਹੜੇ ਸਟੂਡੈਂਟ ਪ੍ਰੋਪਰ ਕਲਾਸਿਸ ਲਗਾ ਰਹੇ ਨੇ, ਪ੍ਰੋਪਰ ਕਾਲਜ ਨੂੰ ਫੋਲੋ ਕਰ ਰਹੇ ਨੇ। ਅਤੇ ਉਹਦੇ ਕਰਕੇ ਸਾਡੀ CFC ਟੀਮ ਵੱਲੋਂ ਇੱਕ ਆਪਣੀ ਟੀਮ ਤਿਆਰ ਕੀਤੀ ਗਈ ਹੈ ਜਿਹੜੀ ਕਿ ਪ੍ਰੋਪਰ ਉਹਨਾਂ ਨੂੰ ਜਿਨ੍ਹਾਂ ਦੀਆਂ AIPs ਆਈਆਂ ਨੇ ਉਹਨਾਂ ਨਾਲ ਸਾਨੂੰ ਰਾਬਤਾ ਕਾਇਮ ਰੱਖਣਾ ਪੈਂਦਾ ਕਿ ਕੱਲ ਲਾ ਰਹੇ ਹੋ ਕਿ ਨਹੀਂ ਲਾ ਰਹੇ ਹੋ। ਜੇ ਕਲਾਸਿਸ ਲਗਾ ਰਹੇ ਹੋ ਤਾਂ ਤੁਹਾਨੂੰ ਉਹਨਾਂ ਕਲਾਸਿਸ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ। ਜੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਕਿਸ ਚੀਜ਼ ਦੀ ਪ੍ਰੋਬਲਮ ਆ ਰਹੀ ਆ, ਤੇ ਉਹਨਾਂ ਪ੍ਰੋਬਲਮਸ ਦੇ ਕਾਲਜ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਜਿਹੜੇ ਹੱਲ ਆ ਉਹ ਸੋਲਿਊਸ਼ਨ ਕੱਢੇ ਜਾ ਰਹੇ ਨੇ। ਕਿਤੇ ਨਾ ਕਿਤੇ ਸਾਡੇ ਸਟੂਡੈਂਟਸ ਨੂੰ ਇੰਟਰਨੈਟ ਪ੍ਰੋਬਲਮ ਵੀ ਆ ਰਹੀ ਆ, ਤੇ ਉਹਨਾਂ ਕਰਕੇ ਵੀ ਸਾਡੀਆਂ ਚੀਜ਼ਾਂ ਬਹੁਤ ਸਾਰੇ ਸਟੂਡੈਂਟ ਆ AIP ਤੋਂ ਬਾਅਦ, ਜੇ ਆਪਾਂ ਕਹੀਏ AIP ਇੱਕ ਵੀਜ਼ਾ ਹੈ, AIP ਇੱਕ ਵੀਜ਼ਾ ਨਹੀਂ ਹੈ। ਜੇ ਮੈਂ ਸਟੂਡੈਂਟਸ ਨੂੰ ਗਾਈਡ ਕਰਾਂ, AIP ਇੱਕ ਤੁਹਾਨੂੰ ਉਹਨਾਂ ਨੇ ਕਲਾਸਿਸ ਲਗਾਉਣ ਲਈ ਔਰ ਇੱਕ ਤੁਹਾਨੂੰ ਟਾਈਮ ਦੇ ਦਿੱਤਾ ਹੈ ਕਿ ਤੁਹਾਡਾ ਟਾਈਮ ਵੇਸਟ ਨਾ ਹੋਵੇ। ਤੇ AIP ਤੋਂ ਬਾਅਦ ਚਲੋ ਵਧਾਈਆਂ ਦੇਣਾ ਇੱਕ ਅਲੱਗ ਮੈਟਰ ਹੈ ਅਮਨ ਜੀ, ਬਟ AIP ਆਉਣਾ ਇੱਕ ਵੀਜ਼ਾ ਨਹੀਂ ਹੈ, ਉਹਨੂੰ ਅਸੀਂ ਵੀਜ਼ਾ ਨਹੀਂ ਕਹਿ ਸਕਦੇ। ਉਹਦੇ ਬਾਅਦ ਸਾਡੇ ਸਟੂਡੈਂਟ ਨੂੰ ਬਹੁਤ ਸਾਰੇ ਐਫਰਟਸ ਕਰਨੇ ਪੈਣਗੇ, ਜਾਂ ਸਾਡਾ ਕੰਸਲਟੈਂਟ ਭਰਾ ਹੈ ਉਹਨੂੰ ਐਫਰਟਸ ਕਰਨੇ ਪੈਣਗੇ AIP ਆਉਣ ਤੋਂ ਬਾਅਦ, ਤਾਂ ਕਿ ਸਟੂਡੈਂਟ ਉਹਦੇ ਨਾਲ ਜੁੜਿਆ ਰਹੇ ਤੇ ਉਹਦਾ ਕੱਲ੍ਹ ਨੂੰ 6 ਮਹੀਨੇ ਬਾਅਦ ਜਾਂ ਅਸੀਂ ਸਾਲ ਬਾਅਦ ਜਿਹੜਾ ਵੀਜ਼ਾ ਗ੍ਰਾਂਟ ਕਰਾਉਣਾ ਹੈ ਤੇ ਉਹ ਅਸੀਂ ਕਰਾ ਸਕੀਏ, ਤੇ ਉਹ ਚੀਜ਼ਾਂ ਜਿਹੜੀਆਂ ਉਹਦੀਆਂ ਫੁੱਲਫਿਲ ਅਸੀਂ ਕਰ ਸਕੀਏ, ਜਿਹੜੀਆਂ ਸਾਨੂੰ ਇੰਸਟਰਕਸ਼ਨਸ ਦਿੱਤੀਆਂ ਗਈਆਂ ਉੱਥੋਂ ਦੀ ਗੌਰਮੈਂਟ ਵੱਲੋਂ, ਕਾਲਜਸ ਵੱਲੋਂ, ਇਮੀਗ੍ਰੇਸ਼ਨ ਵੱਲੋਂ, ਤੇ ਉਹ ਜਿਹੜੀਆਂ ਇੰਸਟਰਕਸ਼ਨਸ ਨੇ ਉਹ ਸਾਨੂੰ ਫੋਲੋ ਕਰਦੇ ਰਹਿਣਾ ਪਏਗਾ, ਤਾਂ ਹੀ AIP ਵਾਲੇ ਸਟੂਡੈਂਟਸ ਦੇ ਵੀਜ਼ਾਸ ਗ੍ਰਾਂਟ ਹੋਣਗੇ। ਅਦਰਵਾਈਜ਼ ਇੱਥੇ ਆ ਕੇ ਸਾਨੂੰ ਪ੍ਰੋਬਲਮ ਹੋ ਸਕਦੀ ਹੈ। ਬੇਸਿਕਲੀ ਆ ਗੱਲ ਜਿਹੜੀ ਕੀਤੀ ਨਾ ਗੁਰਪ੍ਰੀਤ ਜੀ ਨੇ, ਇਹ ਇੱਕ ਗੱਲ ਹੁੰਦੀ ਹੈ ਕੈਰੀਅਰ ਕਾਉਂਸਲਰ ਦੀ, ਏਜੰਟ ਵਾਲੀ ਗੱਲ ਨਹੀਂ ਹੈ। ਏਜੰਟ ਹੁੰਦਾ ਵੀਜ਼ਾ ਲਵਾਇਆ, ਕੰਮ ਖਤਮ। ਬਟ ਕੈਰੀਅਰ ਕਾਉਂਸਲਰ ਉਹ ਹੁੰਦਾ ਜੋ ਮੈਮ ਨੇ ਕਿਹਾ ਵੀ ਅੱਜ ਵੀ ਟੀਮ ਦੀ ਡਿਊਟੀ ਹੈ ਜਿਨ੍ਹਾਂ ਦੀ AIP ਆ ਗਈਆਂ। ਠੀਕ ਹੈ, ਅਸੀਂ ਵਧਾਈਆਂ ਦੇ ਦਿੱਤੀਆਂ, ਬੱਚੇ ਨੂੰ ਕਾਂਗਰੈਟਸ ਕਰਤਾ ਵੀ ਤੇਰਾ ਪਹਿਲਾ ਸਟੈਪ ਕਲੀਅਰ ਹੋ ਗਿਆ, ਬਟ ਉਸ ਤੋਂ ਬਾਅਦ ਵੀ ਟੀਮ ਪ੍ਰੋਪਰ ਉਹਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਹੈ। ਕਲਾਸਿਸ ਲੱਗ ਰਹੀਆਂ ਕਿ ਨਹੀਂ ਲੱਗ ਰਹੀਆਂ, ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ। ਅਸੀਂ ਫਿਰ ਉਹ ਜਿਹੜੀ ਕੋਆਰਡੀਨੇਸ਼ਨ ਹੈ ਪ੍ਰੋਪਰ ਰੱਖਦੇ ਹਾਂ ਕਾਲਜ ਦੇ ਨਾਲ ਵੀ ਬੱਚੇ ਨੂੰ ਆਹ ਚੀਜ਼ ਦੀ ਪ੍ਰੋਬਲਮ ਆ ਰਹੀ ਹੈ, ਇਹਦਾ ਕੋਈ ਹੱਲ ਦੱਸੋ ਜਾਂ ਬੱਚੇ ਨੂੰ ਕਿਵੇਂ ਸੌਰਟ ਆਊਟ ਕਰਕੇ ਦਈਏ। ਇਹ ਚੀਜ਼ਾਂ ਜ਼ਰੂਰੀ ਨੇ। ਅੱਜ ਜਿਵੇਂ ਗੁਰਪ੍ਰੀਤ ਜੀ ਨੇ ਕਿਹਾ, ਦੱਸਿਆ ਹੀ ਨਹੀਂ ਜਾ ਰਿਹਾ ਵੀ AIP ਵੀਜ਼ਾ ਨਹੀਂ ਹੈ, ਉਹਦੇ ਬਾਅਦ ਵੀ ਤੁਸੀਂ ਸਟੈਪ ਕਲੀਅਰ ਕਰਨੇ ਨੇ। ਮੈਡੀਕਲ ਹੈ, PCC ਹੈ, ਬੋਨਾਫਾਈਡ ਸਟੂਡੈਂਟ ਦੇ ਜਿਹੜੇ ਤੁਹਾਨੂੰ ਲੈਟਰ ਹੈ, ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੋ ਜਾਣੀਆਂ। ਦੂਜਾ, ਰਿਜੈਕਸ਼ਨ ਦੀ ਗੱਲ ਨਹੀਂ ਹੋ ਰਹੀ ਕਿਤੇ ਵੀ AIP ਫਲਾਣੇ ਦੀ ਇੰਨੀਆਂ ਰਿਜੈਕਟ ਹੋ ਗਈਆਂ ਜੀ, ਫਲਾਣੇ ਦੀ ਇੰਨੀਆਂ ਰਿਜੈਕਟ ਹੋ ਗਈਆਂ, ਉਹ ਗੱਲ ਵੀ ਨਹੀਂ ਹੋ ਰਹੀ ਤਾਂ ਕਾਰਨ ਵੀ ਨਹੀਂ ਦੱਸੇ ਜਾ ਰਹੇ। ਔਰ ਅਮਨ ਜੀ, ਮੇਰੀ ਇਸ ਟੌਪਿਕ 'ਤੇ ਜੈਸਿਕਾ ਨਾਲ ਵੀ ਗੱਲ ਹੋਈ ਹੈ, ਤੁਹਾਡੇ ਨਾਲ ਵੀ ਅੱਜ ਮੈਂ ਗੱਲ ਕਰਨਾ ਚਾਹੁੰਦੀ ਹਾਂ ਕਿ ਜਿਹੜੀਆਂ AIPs ਆ ਰਹੀਆਂ ਨੇ ਸਟੂਡੈਂਟਸ ਦੀਆਂ, ਉਹਨਾਂ ਦੀਆਂ AIP ਆ ਰਹੀਆਂ ਨੇ ਜਿਹੜੇ ਸਟੂਡੈਂਟਸ ਦਾ ਸਾਰਾ ਕਨਸੈਪਟ ਵੀਜ਼ਾ ਅਫਸਰ ਨੂੰ ਕਲੀਅਰ ਆ। ਕਿਤੇ ਨਾ ਕਿਤੇ ਤੁਹਾਡਾ ਫਾਈਨੈਂਸ਼ਲੀ ਬੈਕਗਰਾਊਂਡ ਜਾਂ ਤੁਹਾਨੂੰ ਤੁਸੀਂ GIC ਕਿੱਥੋਂ ਟ੍ਰਾਂਸਫਰ ਕੀਤਾ ਹੈ ਕਿ ਵੀਜ਼ਾ ਅਫਸਰ ਨੂੰ ਕਲੀਅਰ ਨਹੀਂ ਹੋ ਰਿਹਾ, ਤੁਹਾਡੇ ਅਕਾਊਂਟ 'ਚ GIC ਆਇਆ ਸੀ, ਤੁਸੀਂ ਟ੍ਰਾਂਸਫਰ ਕਰਤਾ, ਤੁਹਾਡੇ ਅਕਾਊਂਟ 'ਚ ਫੰਡਿੰਗ ਕਿੱਥੋਂ ਆਈ ਸੀਗੀ, ਔਰ
ਵੀਜ਼ਾ ਅਫਸਰ ਨੂੰ ਉਹ ਚੀਜ਼ਾਂ ਫਾਈਨੈਂਸ਼ਲੀ ਕਰਕੇ ਵੀ ਬੱਚਿਆਂ ਦੀਆਂ ਰਿਫਿਊਜ਼ਲ ਇਕੱਲੇ ਆਈਲੈਟਸ ਸਕੋਰ ਕਰਕੇ ਨਹੀਂ, ਫਾਈਨੈਂਸ਼ਲੀ ਬੈਕਗ੍ਰਾਉਂਡ ਕਰਕੇ ਵੀ ਬੱਚਿਆਂ ਦੀਆਂ ਰਿਫਿਊਜ਼ਲ ਜਿਹੜੀਆਂ AIP ਰਿਫਿਊਜ਼ ਹੋ ਰਹੀਆਂ ਨੇ। ਔਰ ਮੈਂ ਦੱਸਿਆ ਵੀ ਹੈ ਕੁਝ ਜਿਹੜੇ ਸਟੂਡੈਂਟ ਸੀ ਪਹਿਲਾਂ ਆਲਰੇਡੀ ਰਿਫਿਊਜ਼ਡ ਸੀਗੇ, ਉਹਨਾਂ ਦੇ ਵੀ ਕੇਸਿਸ ਕਈ ਲੱਗੇ ਸੀਗੇ ਤੇ ਉਹਨਾਂ ਦੇ ਮਤਲਬ ਫਿੰਗਰਪ੍ਰਿੰਟ ਹੋਏ ਸੀਗੇ ਤੇ ਉਹਦੇ ਵਿੱਚ ਵੀਜ਼ਾ ਅਫਸਰ ਨੇ ਸਾਫ਼-ਸਾਫ਼ ਲਿਖ ਕੇ ਭੇਜ ਦਿੱਤਾ ਹੈ ਕਿ ਇਹਦਾ ਰਿਜ਼ਲਟ ਅਸੀਂ ਸਤੰਬਰ ਲਈ ਤੈਨੂੰ ਦੇ ਹੀ ਨਹੀਂ ਸਕਦੇ, ਇਹਦਾ ਰਿਜ਼ਲਟ ਤੇਰਾ ਅਗਲੇ ਇਨਟੇਕ ਲਈ ਹੋਏਗਾ ਕਿਉਂਕਿ ਤੇਰੇ ਫਿੰਗਰਪ੍ਰਿੰਟ ਹੋਏ ਨੇ। ਇਸ ਟਾਈਮ ਸਿਰਫ ਸਾਡੇ ਵੱਲੋਂ ਜਿਹੜੀਆਂ ਇਮੀਗ੍ਰੇਸ਼ਨ ਵੱਲੋਂ ਹੈ AIP ਗ੍ਰਾਂਟਸ ਕੀਤੀਆਂ ਜਾ ਰਹੀਆਂ ਤੇ ਇਸ ਕਰਕੇ ਉਹਨਾਂ ਸਟੂਡੈਂਟਸ ਨੂੰ ਵੀਜ਼ਾ ਵੀ ਨਹੀਂ ਦਿੱਤੇ ਜਾ ਰਹੇ ਜਿਨ੍ਹਾਂ ਦੇ ਫਿੰਗਰਪ੍ਰਿੰਟ ਹੋਏ ਨੇ। ਤੇ ਇਹ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਸਾਨੂੰ ਸਮਝਣ ਯੋਗ ਨੇ, ਅਸੀਂ ਸਮਝੀਏ ਇਹਨਾਂ ਚੀਜ਼ਾਂ ਨੂੰ। AIP ਵੀਜ਼ਾ ਨਹੀਂ ਹੈ, AIP ਤੁਹਾਡੇ ਇੱਕ ਸਟੇਜ ਹੈ ਜਿਹੜੀ ਤੁਸੀਂ ਕਲੀਅਰ ਕਰ ਲਈ ਆ। ਔਰ ਜਿਨ੍ਹਾਂ ਦੀ AIP ਵੀ ਰਿਜੈਕਟ ਹੋ ਗਈ ਆ ਤੇ ਉਹਨਾਂ ਸਟੂਡੈਂਟਸ ਨੂੰ ਅਸੀਂ, ਸਾਡੀਆਂ ਵੀ ਹੋਈਆਂ ਨੇ, ਜੇ ਅਸੀਂ 100 ਫਾਈਲਸ ਲਗਾਈਆਂ ਨੇ 20 AIP ਰਿਜੈਕਟ ਹੋਈਆਂ ਨੇ ਤੇ ਉਹ AIP ਉਸ ਟਾਈਮ ਅਸੀਂ ਮੈਂਟਲੀ ਪ੍ਰਿਪੇਅਰ ਨਹੀਂ ਸੀ ਕਿ ਅਸੀਂ AIP ਲਈ ਬੱਚੇ ਨੂੰ ਅਪਲਾਈ ਕਰ ਰਹੇ ਹਾਂ, ਕਿ ਇਹ ਮੁਸ਼ਕਿਲ ਸਟੇਜ ਆ ਗਈ ਹੈ। ਅਸੀਂ ਈਜ਼ੀ ਲੈ ਰਹੇ ਸੀ ਇਸ ਚੀਜ਼ ਨੂੰ ਕਿ AIP ਆ ਗਈ ਬੱਚੇ ਦਾ, ਉਸ ਤੋਂ ਬਾਅਦ ਵੀਜ਼ਾ ਤਾਂ ਆ ਹੀ ਜਾਣਾ ਹੈ, ਕੋਈ ਪ੍ਰੋਬਲਮ ਨਹੀਂ ਹੈ। ਬਟ ਇਹ ਸਾਡੇ ਲਈ ਇੱਕ ਮੁਸ਼ਕਿਲ ਸਟੇਜ ਹੈ ਕਿਉਂਕਿ ਅਸੀਂ ਇੱਥੋਂ ਬੈਠ ਕੇ 6 ਮਹੀਨੇ ਤੁਹਾਨੂੰ ਕਾਲਜ ਨੇ, ਤੁਹਾਨੂੰ ਇੱਕ ਇਮੀਗ੍ਰਾਂਟ ਨੇ ਵਾਚ ਕਰ ਰਿਹਾ ਇੱਕ ਹਿਸਾਬ ਨਾਲ, ਜਿਹੜਾ ਤੁਸੀਂ ਇੱਥੋਂ ਦਾ ਹਿਸਾਬ ਕਿਤਾਬ ਹੈ, ਜਿਹੜੀਆਂ ਕਲਾਸਾਂ ਲਗਾਈਆਂ ਉਹਦਾ ਸਾਰਾ ਹਿਸਾਬ ਕਿਤਾਬ ਵੀਜ਼ਾ ਅਫਸਰ ਨੂੰ ਦੇਣਾ ਹੈ। ਸਗੋਂ ਜਿਹੜੇ ਸਾਡੇ ਸਟੂਡੈਂਟ ਦੀਆਂ AIP ਰਿਜੈਕਟ ਹੋਈਆਂ ਹੈ, ਸਾਨੂੰ ਕਿਤੇ ਨਾ ਕਿਤੇ ਇਹ ਹੈ ਕਿ ਉਹ ਸਟੂਡੈਂਟਸ ਸਾਡੇ ਕਿਤੇ ਨਾ ਕਿਤੇ ਬਹੁਤ ਹੀ ਮਤਲਬ ਜਿਹੜਾ ਬੈਕਗ੍ਰਾਉਂਡ ਸੀ ਉਹਨਾਂ ਦਾ, ਮਤਲਬ ਬੈਕਵਰਡ ਪਿੰਡ ਤੋਂ ਬਿਲੋਂਗ ਕਰਦੇ ਸੀ, ਉੱਥੇ ਇੰਟਰਨੈਟ ਪ੍ਰੋਬਲਮ ਸੀਗੀ। ਇਸ ਕਰਕੇ ਅਸੀਂ ਉੱਥੇ ਖੁਸ਼ੀ ਵੀ ਜ਼ਾਹਿਰ ਕੀਤੀ ਹੈ ਵੀ ਜੇ ਤੁਹਾਡੀ AIP ਗ੍ਰਾਂਟ ਆ ਜਾਂਦੀ ਤੁਹਾਨੂੰ ਕਲਾਸਿਸ ਲਗਾਉਣ 'ਚ ਮੁਸ਼ਕਿਲ ਹੋਣੀ ਸੀਗੀ। ਤੇ ਇਸ ਕਰਕੇ ਬਹੁਤ ਸਾਰੀਆਂ AIP ਨਹੀਂ ਆ ਰਹੀਆਂ, ਸਾਰੀਆਂ ਦੀਆਂ ਰਿਜੈਕਟ ਨਹੀਂ ਹੋ ਰਹੀਆਂ। ਇਸ ਕਰਕੇ ਰਿਜੈਕਸ਼ਨ ਦੀ ਕੋਈ ਵੀ ਕਦੀ ਵੀਜ਼ਾ ਦੀ ਰਿਜੈਕਸ਼ਨ ਦੀ ਗੱਲ ਨਹੀਂ ਕਰਦਾ, ਕੋਈ ਵੀ ਤੁਹਾਡੇ ਨਾਲ ਆਪਣੀ AIP ਰਿਜੈਕਸ਼ਨ ਦੀ ਗੱਲ ਨਹੀਂ ਕਰੂਗਾ। ਇੱਕ ਏਜੰਟ ਦਾ ਕੀ ਰੋਲ ਰਹਿੰਦਾ ਜਿਹੜਾ ਵੀਜ਼ਾ ਲੈਣ ਦੇ ਵਿੱਚ, ਇੱਕ AIP ਲੈਣ ਦੇ ਵਿੱਚ, ਉਹਦੇ ਬਾਰੇ ਗੱਲ ਕਰਾਂਗੇ। ਪਹਿਲੇ ਕਾਲ ਲੈ ਲੈਂਦੇ ਹਾਂ ਜੀ। ਹੈਲੋ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ। ਸਰ ਮੈਂ ਨਾ ਮਨਵੀਰ ਗੱਲ ਕਰ ਰਹੀ ਹਾਂ ਅੰਮ੍ਰਿਤਸਰ ਤੋਂ। ਜੀ ਮਨਵੀਰ ਜੀ, ਕੀ ਪੁੱਛਣਾ ਸਰ? ਮੈਂ ਨਾ ਮੈਮ ਦਾ ਸ਼ੋਅ ਦੇਖਦੀ ਸੀਗੀ ਤੇ ਮੈਂ ਮੈਮ ਨੂੰ ਨਾ ਥੈਂਕਸ ਕਰਨਾ ਸੀਗਾ। ਮੈਮ ਕਾਹਦੇ ਵਾਸਤੇ ਜੀ? ਮੇਰਾ ਨਾ ਵੀਜ਼ਾ ਆਇਆ ਸਰ ਆਸਟ੍ਰੇਲੀਆ ਤੋਂ ਨਾ, SCM ਕਾਲਜ ਦਾ। ਓਕੇ ਜੀ, ਥੈਂਕ ਯੂ ਮੈਮ। ਪਹਿਲੇ ਤਾਂ ਜੀ ਥੈਂਕ ਯੂ ਸੋ ਮੱਚ, ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ, ਤੁਹਾਡਾ ਵੀਜ਼ਾ ਆਇਆ ਤੇ ਅਗਲੇ ਸਟੈਪਸ ਤੁਸੀਂ ਕਲੀਅਰ ਕਰਨੇ ਆ। ਵੀਜ਼ਾ ਦੀਆਂ ਖੁਸ਼ੀਆਂ ਮਨਾਉਣ ਤੋਂ ਪਹਿਲਾਂ ਆਪਾਂ ਇਹ ਵੀ ਦੇਖਣਾ ਹੈ ਕਿ ਅਸੀਂ ਜਾ ਕੇ ਪੜ੍ਹਨਾ ਵੀ ਹੈ, ਅਸੀਂ ਫਲਾਈ ਵੀ ਕਰਨਾ ਹੈ। ਇਹ ਸਾਰੀਆਂ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ ਕਿਉਂਕਿ ਤੁਸੀਂ ਫਲਾਈ ਵੀ ਇੱਥੋਂ ਕਰਨਾ ਹੈ। ਅਸੀਂ ਕਾਲਜ ਤੋਂ ਪਰਮਿਸ਼ਨ ਲੈ ਰਹੇ ਹਾਂ, ਤੁਹਾਡੀ ਜਿਹੜੇ ਸਟੂਡੈਂਟਸ ਦੇ ਸਾਡੇ ਵੀਜ਼ਾ ਆਏ ਨੇ ਅਮਨ ਜੀ, ਉਹਨਾਂ ਦੀਆਂ ਅਸੀਂ ਪਰਮਿਸ਼ਨਸ ਲੈ ਰਹੇ ਹਾਂ ਕਾਲਜ ਤੋਂ। ਜਦੋਂ ਕਾਲਜ ਸਾਨੂੰ ਪਰਮਿਸ਼ਨ ਦੇ ਦੇਗਾ ਤੇ ਉਹ ਸਟੂਡੈਂਟ ਸਾਡੇ ਜਿਹੜੇ ਆ ਫਲਾਈ ਕਰ ਸਕਦੇ ਨੇ, ਜਿਹੜੇ ਖਾਸ ਕਰਕੇ ਆਸਟ੍ਰੇਲੀਆ ਦੇ ਸਟੂਡੈਂਟ ਨੇ ਸਾਡੇ ਜਿਨ੍ਹਾਂ ਦੇ ਵੀਜ਼ਾਸ ਆਏ ਨੇ ਜੀ। ਇਹ ਜਿਹੜੇ ਕੈਨੇਡਾ ਵੱਲ ਪਹਿਲਾਂ ਮੈਂ ਥੋੜਾ ਜਿਹਾ ਆਉਣਾ ਚਾਹੁੰਦਾ, ਫਿਰ ਆਸਟ੍ਰੇਲੀਆ ਬਾਰੇ ਵੀ ਗੱਲ ਕਰਾਂਗੇ ਜੀ। ਪਹਿਲੇ ਤਾਂ ਮੁਬਾਰਕਾਂ ਵੀ, ਬੱਚੇ ਇੱਕ ਐਪਰੀਸ਼ੀਏਟ ਕਰਦੇ ਨੇ ਤਾਂ ਚੰਗਾ ਲੱਗਦਾ ਜੀ। ਬਟ ਫਿਰ ਦੁਬਾਰਾ ਉਸੇ ਸਵਾਲ ਤੇ, ਏਜੰਟ ਦਾ ਰੋਲ ਕੀ ਰਹਿੰਦਾ AIP ਲੈਣ ਦੇ ਵਿੱਚ? SOP ਦਾ ਰੋਲ ਕੀ ਰਹਿੰਦਾ ਤੇ SOP ਦਾ ਰੋਲ ਕੀ ਰਹਿੰਦਾ ਰਿਜੈਕਟ ਕਰਾਉਣ ਦੇ ਵਿੱਚ? ਅਮਨ ਜੀ, ਏਜੰਟਸ ਦਾ ਰੋਲ, ਜੇ ਮੰਨ ਲਓ ਏਜੰਟਸ ਤੁਹਾਨੂੰ ਫਾਈਨੈਂਸ਼ੀਅਲੀ ਬੈਕਗ੍ਰਾਉਂਡ ਨੂੰ ਲੈ ਕੇ ਤੁਹਾਨੂੰ ਗਾਈਡ ਕਰ ਰਿਹਾ ਤੇ ਤੁਸੀਂ ਉਹਦੀ ਗਾਈਡੈਂਸ ਤੋਂ ਬਾਹਰ ਜਾ ਕੇ ਕੰਮ ਕਰ ਰਹੇ ਹੋ ਤੇ ਉਹਦੇ ਵਿੱਚ ਏਜੰਟ ਦਾ ਰੋਲ ਤੁਹਾਡੇ ਫਾਈਨੈਂਸ਼ੀਅਲੀ ਬੈਕਗ੍ਰਾਉਂਡ ਨੂੰ ਲੈ ਕੇ ਖਤਮ ਹੋ ਜਾਂਦਾ ਹੈ। ਜੇ ਤੁਹਾਨੂੰ ਕੋਈ ਵੀ ਏਜੰਟ ਗਾਈਡ ਕਰ ਰਿਹਾ ਕਿ ਤੁਸੀਂ ਆਪਣੇ J ਫਾਰਮ ਦਿਓ, ਤੁਹਾਡਾ ਇਨਕਮ ਸੋਰਸ ਕੀ ਹੈ। ਕਈ ਵਾਰ ਸਾਡੇ ਸਟੂਡੈਂਟ ਆ ਨਾ, ਉਹ ਬਹੁਤ ਸਮਝਦਾਰ ਬਣਦੇ ਆ ਔਰ ਕਈ ਵਾਰ ਏਜੰਟ ਕੰਸਲਟੈਂਟ ਭਰਾ ਵੀ ਸਾਡੇ ਐਵੇਂ ਦੇ ਹੁੰਦੇ ਨੇ ਤੇ ਉਹ ਕਹਿੰਦੇ ਜੋ ਤੁਸੀਂ ਲੈ ਆਏ, ਕਿਉਂਕਿ ਜਿੰਨੀ ਸਾਨੂੰ ਕਾਉਂਸਲਿੰਗ ਉਹਨੂੰ ਕਾਲਜ ਔਰ ਕੋਰਸ ਨੂੰ ਲੈ ਕੇ ਕਰਨੀ ਪੈਂਦੀ ਆ, ਉਨੀ ਹੀ ਕਾਉਂਸਲਿੰਗ ਉਹਨੂੰ ਫਾਈਨੈਂਸ਼ੀਅਲ, ਉਹਦਾ ਜਿਹੜਾ ਬੈਕਗ੍ਰਾਉਂਡ ਆ, ਉਹਨੇ ਇੱਥੋਂ ਉਹਨਾਂ ਦਾ ਕੀ ਕੰਮ ਹੈ, ਉਹਨੇ ਜਿਹੜੇ ਫੰਡ ਸ਼ੋ ਕਰਨੇ ਉਹ ਕਿਵੇਂ ਕਰਨੇ ਆ, GIC ਕਿਵੇਂ ਟ੍ਰਾਂਸਫਰ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਕ ਏਜੰਟਸ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਉਹਦੇ 'ਤੇ ਵੀ ਵੀਜ਼ਾਸ ਗ੍ਰਾਂਟ ਹੁੰਦੇ ਆ। ਅਸੀਂ ਸੋਚਦੇ ਹਾਂ, ਸਾਡੇ ਏਜੰਟ ਭਰਾ ਕਈ ਸੋਚਦੇ ਆ ਅਸੀਂ ਇਹਨੂੰ ਕੈਰੀਅਰ ਕਾਉਂਸਲਿੰਗ ਕਰਤੀ ਹੈ, ਇਹਨੂੰ ਕਾਲਜ ਦੱਸਦਾ, ਇਹਦਾ ਕੋਰਸ ਦੱਸਦਾ ਹੈ, ਬਾਕੀ ਫਾਈਲ ਉਹਨਾਂ ਦੇ ਜਿਹੜਾ ਸਟਾਫ ਆ ਉਹ ਲਗਾ ਰਿਹਾ, ਬਟ ਨਹੀਂ, ਸਾਨੂੰ ਉਹਨਾਂ ਦੇ ਫਾਈਨੈਂਸ਼ੀਅਲੀ ਜਿਹੜਾ ਬੈਕਗ੍ਰਾਉਂਡ ਆ ਉਹਨੂੰ ਵੀ ਲੈ ਕੇ ਸਾਨੂੰ ਕਾਉਂਸਲਿੰਗ ਕਰਨੀ ਪੈਂਦੀ ਆ। ਉਹ ਕਾਉਂਸਲਿੰਗ ਜੇਕਰ ਨਹੀਂ ਹੋਊਗੀ ਤੇ ਜੇ ਵੀਜ਼ਾ ਅਫਸਰ ਨੂੰ ਤੁਹਾਡਾ ਫਾਈਨੈਂਸ਼ੀਅਲੀ ਬੈਕਗ੍ਰਾਉਂਡ ਕਲੀਅਰ ਨਹੀਂ ਹੋਊਗਾ, ਤੁਸੀਂ ਉੱਥੇ ਪੜ੍ਹਨ ਜਾ ਰਹੇ ਹੋ, ਤੁਹਾਡੇ ਕੋਲ ਪ੍ਰੋਪਰ ਫੰਡ ਨਹੀਂ ਹੈ, ਪ੍ਰੋਪਰ ਤੁਹਾਡਾ ਇੱਥੋਂ ਦਾ ਜਿਹੜਾ ਬਿਜ਼ਨਸ ਉਹਨੂੰ ਸਮਝ ਨਹੀਂ ਆ ਰਿਹਾ ਕਿ ਤੁਹਾਡੇ ਕੋਲ ਜਿਹੜਾ ਉੱਥੇ ਪੜ੍ਹਨ ਦਾ ਖਰਚਾ ਇੱਥੋਂ ਭੇਜਣਾ ਤੁਹਾਨੂੰ, ਤੁਸੀਂ ਉਸ ਕੰਟਰੀ 'ਤੇ ਬੋਝ ਤਾਂ ਨਹੀਂ ਹੋ। ਉਹਦੇ ਵਿੱਚ ਏਜੰਟਸ ਅਸੀਂ ਜਿਹੜੇ ਤੁਹਾਨੂੰ ਗਾਈਡ ਕਰਦੇ ਹਾਂ, ਅਸੀਂ ਕੰਸਲਟੈਂਟ ਗਾਈਡ ਕਰਦੇ, ਉਹਦੇ ਵਿੱਚ ਬਹੁਤ ਸਾਡਾ ਤਕੜਾ ਰੋਲ ਹੁੰਦਾ ਹੈ। ਇੱਕ ਤੁਹਾਡੇ ਕੋਰਸ ਤੋਂ ਲੈ ਕੇ ਤੁਹਾਡੇ IELTS
ਸਕੋਰ ਤੋਂ ਲੈ ਕੇ, ਸਟੱਡੀ ਤੋਂ ਲੈ ਕੇ, ਕਾਲਜ ਤੋਂ ਲੈ ਕੇ, ਕਾਲਜ ਦੀ ਲੋਕੇਸ਼ਨ ਤੋਂ ਲੈ ਕੇ ਐਂਡ ਤੱਕ ਤੁਹਾਡੇ ਫੰਡਿੰਗ ਤੱਕ, ਫਾਈਨੈਂਸ਼ੀਅਲ ਤੱਕ ਦਾ ਰੋਲ ਹੁੰਦਾ ਏਜੰਟ ਦਾ, ਜਿਹੜਾ ਤੁਹਾਨੂੰ ਗਾਈਡ ਕਰਦਾ ਹੈ। ਤੇ ਉਹੀ SOP ਦੇ ਵਿੱਚ ਅਮਨ ਜੀ ਚੀਜ਼ਾਂ ਮੈਂਸ਼ਨ ਹੁੰਦੀਆਂ ਨੇ ਕਿ ਸਾਡੇ ਮੇਰੀ ਇਹ ਸਟੱਡੀ ਹੈ, ਮੇਰੇ ਫਾਦਰ ਦੇ ਇਹ ਬੈਕਗ੍ਰਾਉਂਡ ਨੇ, ਸਾਨੂੰ ਇੱਥੋਂ ਪੈਸਾ ਆ ਰਿਹਾ, ਇਹ ਸਾਡਾ ਬਿਜ਼ਨਸ ਹੈ। ਉਹ ਚੀਜ਼ਾਂ ਵੀ ਅਸੀਂ ਜਿਹੜੀ ਸਟੇਟਮੈਂਟ ਆਫ ਪਰਪਸ ਦੇ ਵਿੱਚ ਲਿਖਦੇ ਹਾਂ। ਜਦੋਂ ਸਟੇਟਮੈਂਟ ਆਫ ਪਰਪਸ ਦੇ ਵਿੱਚ ਅਸੀਂ ਫਿਊਚਰ ਵੀ ਲਿਖਦੇ ਹਾਂ ਕਿ ਇਨ ਫਿਊਚਰ ਬੱਚਾ ਇਹ ਕੋਰਸ ਕਰਕੇ ਇਹ ਕਰੇਗਾ, ਤੇ ਉਹਦਾ ਬਹੁਤ ਅੱਛਾ ਪ੍ਰਭਾਵ ਪੈਂਦਾ ਹੈ। ਔਰ ਕਈ SOP ਸਾਡੇ ਕੋਲ ਆਈਆਂ, ਅਸੀਂ ਦੇਖੀਆਂ, ਉਹਦੇ ਵਿੱਚ ਮੋਟਾ ਲਿਖਿਆ ਹੁੰਦਾ ਹੈ SOP ਦਾ ਬਹੁਤ ਤਕੜਾ ਰੋਲ SOP ਹੁੰਦਾ। ਚ ਬੱਚੇ ਦਾ ਰੋਲ ਕੀ ਰਹਿੰਦਾ? ਕਿਉਂਕਿ ਅੱਜ ਕੱਲ੍ਹ ਦੇਖਿਆ ਕਾਪੀ ਪੇਸਟ ਹੀ ਹੁੰਦੀਆਂ, ਕਾਉਂਸਲਰ ਲਿਖ ਰਹੀਆਂ, ਬੱਚੇ ਨੂੰ ਪੁੱਛਦੀਆਂ ਹੀ ਨਹੀਂ। ਬੱਚਾ ਜਦ ਕਿ ਆਪਣੇ ਬਾਰੇ SOP ਲਿਖੇ, ਆਪ ਲਿਖੇ, ਉਹਨੂੰ ਤਵੱਜੋ ਦਿੱਤੀ ਜਾਂਦੀ, ਉਹਦੇ ਬਾਰੇ ਕੀ ਕਹਿਣਾ? ਅਮਨ ਜੀ ਉਹੀ ਤਵੱਜੋ ਅਸੀਂ ਉਹਨੂੰ, ਮਤਲਬ ਹੁਣ ਬੱਚਾ ਹੈ, ਬੱਚਾ ਘਰੇ ਬੈਠ ਕੇ ਕਹਿੰਦਾ ਮੈਂ 2 ਸਾਲ ਕੁਝ ਨਹੀਂ ਕੀਤਾ, ਉਹਦੇ ਤੇ SOP ਅਸੀਂ ਕੀ ਲਿਖਾਂਗੇ? ਠੀਕ ਹੈ, ਉਹਦੇ 'ਚ ਸਾਨੂੰ ਬੱਚੇ ਨੂੰ ਸਮਝਾਉਣਾ ਪੈਂਦਾ ਹੈ ਕਿ 2 ਸਾਲ ਤੇਰੇ ਪੇਰੈਂਟਸ ਦਾ ਕੀ ਬਿਜ਼ਨਸ ਸੀ, ਤੂੰ ਉਹਦੇ ਵਿੱਚ ਕੀ ਹੈਲਪ ਕੀਤੀ। ਮਤਲਬ ਜੋ ਕੀਤਾ ਉਹ ਲਿਖੋ, ਇਹ ਨਹੀਂ ਹੁੰਦਾ ਵੀ ਕਦੀ ਕੋਈ 2 ਸਾਲ ਮਤਲਬ ਕੁਝ ਕਰੇ ਹੀ ਨਾ। ਇਹ ਤਾਂ ਹੁੰਦਾ ਹੀ ਨਹੀਂ ਨਾ, ਇਹ ਤਾਂ ਪੋਸੀਬਲ ਹੀ ਨਹੀਂ ਨਾ। 2 ਸਾਲ ਬੰਦਾ ਕੁਝ ਵੀ ਨਾ ਕਰੇ, ਉਹ ਵਿਹਲਾ ਬੈੱਡ ਤੇ ਨਹੀਂ ਪਿਆ ਰਹਿੰਦਾ। ਜੇ ਬਟ ਉਹ ਦੇਖਿਆ ਬੱਚੇ ਨੂੰ ਲੱਗਦਾ ਸ਼ਾਇਦ ਪੜ੍ਹਾਈ ਨਹੀਂ ਕੀਤੀ ਤਾਂ ਗੈਪ ਹੈ। ਉਹਦੇ ਵਿੱਚ ਸਾਨੂੰ ਬੱਚੇ ਨੂੰ ਸਮਝਾਉਣਾ ਪੈਂਦਾ ਹੈ ਕਿ 2 ਸਾਲ ਤੂੰ ਕੀ ਕੀਤਾ, ਕਿਤੇ ਆਪਣੀ ਮਦਰ ਦੀ ਹੈਲਪ ਕੀਤੀ ਜਾਂ ਆਪਣੇ ਫਾਦਰ ਦੀ ਹੈਲਪ ਕੀਤੀ, ਜਾਂ ਤੁਹਾਡਾ ਕੋਈ ਐਗਰੀਕਲਚਰ ਲੈਂਡ ਨਾਲ ਸੰਪਰਕ ਹੈ, ਜਾਂ ਤੁਸੀਂ ਕੋਈ। ਪਰ ਗੁਰਪ੍ਰੀਤ ਮਾਫ ਕਰਨਾ, ਇੱਕ ਚੀਜ਼ ਰੋਕਣਾ ਚਾਹੁੰਦਾ। ਇੱਕ ਹੁੰਦਾ ਜਿਵੇਂ ਤੁਸੀਂ ਕਿਹਾ ਵੀ ਅਸੀਂ ਉਹਨੂੰ ਗਾਈਡ ਕੀਤਾ ਵੀ ਬੱਚੇ ਲਿਖਣੀ ਤੂੰ SOP, ਬਟ ਆ ਕੁਝ ਜੋ ਤੂੰ ਕੀਤਾ ਉਹ ਲਿਖ, ਇਹਨੂੰ ਗੈਪ ਨਾ ਮੰਨ, ਜੋ ਕੁਝ ਵੀ ਉਹ ਟਾਈਮ ਦੌਰਾਨ ਕੀਤਾ ਉਹਨੂੰ ਲਿਖ। ਇਹ ਤਾਂ ਹੋਇਆ ਇੱਕ ਫਾਰਮੈਟ ਬਾਰੇ ਦੱਸਣਾ, ਇੱਕ ਉਹਦੇ ਬਾਰੇ ਦੱਸਣਾ ਵੀ ਤੂੰ ਕੀ ਕੁਝ ਲਿਖਣਾ ਹੈ। ਹਾਂਜੀ, ਇੱਕ ਹੁੰਦਾ ਵੀ ਬੱਚੇ ਨੂੰ ਪੁੱਛਣਾ ਹੀ ਨਹੀਂ, ਕਾਗਜ਼ ਫੜਨੇ ਵੀ ਚਲੇ ਜਾ, ਅਸੀਂ ਆਪੇ ਲਿਖ ਦਾਂਗੇ, ਤੇ ਉਹਦੇ ਚ ਬੱਚੇ ਦਾ ਉਹਦੇ ਚ ਬਹੁਤ ਬੈਡ ਇਫੈਕਟ ਪੈਂਦਾ ਹੈ ਅਮਨ ਜੀ। ਉਹੀ ਚੀਜ਼ ਮੈਂ ਇੱਥੇ ਕਹਿਣਾ ਚਾਹੁੰਦੀ ਸੀਗੀ ਕਿ ਸਟੇਟਮੈਂਟ ਆਫ ਪਰਪਸ ਬੱਚੇ ਕੋਲੋਂ ਹੀ ਸਾਡੇ ਵੱਲੋਂ ਲਿਖਾਇਆ ਜਾਂਦਾ ਹੈ। ਜਿਹੜਾ ਬੱਚਾ ਬਾਹਰ ਜਾਣਾ ਚਾਹੁੰਦਾ ਹੈ, ਉਹਨੂੰ ਇੰਗਲਿਸ਼ ਆਉਂਦੀ ਆ, ਉਹਨੇ ਮੰਨ ਲਓ ਉਹਨੇ ਆਈਲੈਟਸ ਸਕੋਰ ਜਿਹੜਾ ਕੀਤਾ ਹੈ, ਉਹਨੇ ਇੰਗਲਿਸ਼ ਕਲਾਸਿਸ ਲਗਾਈਆਂ ਹੋਈਆਂ, ਸਪੀਕਿੰਗ ਕੀਤੀ ਹੋਈ ਆ, ਤੇ ਸਾਡੇ ਵੱਲੋਂ ਸਟੂਡੈਂਟ ਨੂੰ ਕੋਲ ਬਿਠਾ ਕੇ ਵੀ SOP ਲਿਖਾਈ ਜਾਂਦੀ ਹੈ ਕਿ ਤੂੰ ਜੇ ਤਾਂ ਕੰਫਰਟੇਬਲ ਹੈ ਤੇ ਇੱਥੇ ਬੈਠ ਕੇ ਲਿਖ ਕੇ ਦੇ ਦੇ, ਨਹੀਂ ਤੇ ਤੂੰ ਆਪਣੇ ਪੇਜ ਘਰ ਲੈ ਜਾ, ਆਪਣੀ SOP ਲਿਖ ਕੇ ਸਾਨੂੰ ਮੇਲ ਕਰ ਦੀ। ਤੇ ਉਹ ਸਟੂਡੈਂਟ ਵੱਲੋਂ SOP ਲਿਖ ਕੇ ਸਾਡੇ ਵੱਲੋਂ ਵੀਜ਼ਾ ਅਫਸਰ ਨੂੰ ਭੇਜੀ ਜਾਂਦੀ ਆ, ਤਾਂ ਕਿ ਉਹਦੇ ਵਿੱਚ ਉਹਦੀ ਕੋਈ ਇੰਗਲਿਸ਼ ਦੀ ਗਲਤੀ ਨਹੀਂ ਕੱਢਣੀ। ਵੀਜ਼ਾ ਅਫਸਰ ਉਹਦੇ ਵਿੱਚ ਉਹਦੀ ਜੈਨੂਇਨਟੀ ਜਾਨਣਾ ਚਾਹੁੰਦਾ ਕਿ ਬੱਚੇ ਨੇ ਹੁਣ ਤੱਕ ਕੀਤਾ ਕੀ ਹੈ ਤੇ ਇਨ ਫਿਊਚਰ ਬੱਚੇ ਦੀਆਂ ਪਲੈਨਿੰਗ। ਜ਼ਿਆਦਾ ਵਧੀਆ SOP ਵੀ ਅਸੀਂ ਸੁਣਿਆ ਰਿਜੈਕਸ਼ਨ ਦਾ ਕਾਰਨ ਬਣਦੀ ਹੈ। ਬੱਚੇ ਦੇ ਹੁੰਦੇ 5.5 ਬੈਂਡ, ਤੇ ਵੋਕੈਬਲਰੀ ਇਹ ਯੂਜ਼ ਕੀਤੀ ਹੁੰਦੀ ਹੈ ਜਿਹੜੀ 7 ਜਾਂ 8 ਬੈਂਡ ਵਾਲੇ ਯੂਜ਼ ਕਰਦੇ, ਉਹ ਪਤਾ ਲੱਗ ਜਾਂਦਾ ਵੀਜ਼ਾ ਅਫਸਰ ਨੂੰ ਵੀ ਇਹਦੀ ਹੈਂਡ ਰਾਈਟਿੰਗ ਨਹੀਂ ਹੈ ਜਾਂ ਇਹਦੇ ਵਰਡਿੰਗਸ ਹੀ ਨਹੀਂ ਹੈ, ਵਰਡਿੰਗਸ ਹੀ ਨਹੀਂ ਹੈ। ਤੇ ਇਸ ਕਰਕੇ ਸਾਡੇ ਵੱਲੋਂ ਜਿਹੜੀ SOP ਉਹ ਬੱਚੇ ਵੱਲੋਂ ਹੀ ਲਿਖਾਈ ਜਾਂਦੀ ਹੈ। ਇਹ ਜ਼ਰੂਰੀ ਹੈ ਕਿ ਬੱਚਾ ਹੀ SOP ਆਪਣੀ ਲਿਖ ਕੇ ਦੇਵੇ, ਤਾਂ ਕਿ ਅਸੀਂ ਅੱਗੇ ਜਾ ਕੇ ਜਿਹੜੀਆਂ ਪ੍ਰੋਬਲਮ ਸਾਨੂੰ ਕ੍ਰੀਏਟ ਹੋ ਰਹੀਆਂ ਉਹ ਨਾ ਹੋਣ। ਨਾਲੇ ਬੱਚੇ ਨੂੰ ਪਤਾ ਹੋਏਗਾ ਉਹਨੇ ਫਾਈਲ ਦੇ ਵਿੱਚ ਆਪਣੀ ਚ ਕੀ ਦਿੱਤਾ। ਬਿਲਕੁਲ ਠੀਕ ਗੱਲ ਹੈ। हेलो, ਸਤਿ ਸ਼੍ਰੀ ਅਕਾਲ ਜੀ। सत श्रीकाल सर, मैं मानसी बात कर रही थी कुरुक्षेत्र से। हाँ जी मानसी जी। एक्चुअली सर मुझे ना कंफर्म करना था, मैंने ना +2 किया 2019 में, मेरे 75% मार्क्स हैं नॉन मेडिकल स्ट्रीम है मेरी, और 3 मॉड्यूल में 6 बैंड है, एक में 5.5 है। मैंने कंफर्म करना मैं किस कंट्री के लिए अप्लाई कर सकती हूँ अपना स्टडी वीजा? ਤੁਹਾਡਾ ਇੰਟਰਸਟ ਕਿਹੜੀ ਕੰਟਰੀ ਦੇ ਵਿੱਚ ਹੈ ਜੀ? 2019 में। ਨਹੀਂ ਤੁਹਾਡਾ ਇੰਟਰਸਟ, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ? सर मेरा मतलब मेन तो है कि मुझे कनाडा के लिए करना है। ओके, सेकंड ऑप्शन? सर सेकंड लाइक ये है कि किसी भी अगर कनाडा नहीं होता तो ऑस्ट्रेलिया या फिर यूके के लिए। ओके, ਕੀ ਕਹਿਣਾ ਹੈ ਮਾਨਸੀ ਲਈ? ਮਾਨਸੀ ਲਈ ਇਹ ਕਹਿਣਾ ਹੈ ਕਿ ਅਮਨ ਜੀ ਥੋੜਾ ਜਿਹਾ COVID-19 ਤੋਂ ਬਾਅਦ ਕਾਲਜਸ ਨੇ ਔਰ ਯੂਨੀਵਰਸਿਟੀਜ਼ ਨੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ, ਰਿਲੈਕਸੇਸ਼ਨ ਦਿੱਤੀ ਹੋਈ ਹੈ ਕਿ ਜਿਵੇਂ ਬੱਚੇ ਦੇ 5.5 ਇੱਕ ਮੋਡਿਊਲ 'ਚੋਂ ਰਹਿ ਗਿਆ, ਪਰ 75% ਬੱਚੇ ਦੀ ਅੱਛੀ ਆ, ਤੇ ਜਿਹੜੇ ਕਾਲਜ ਦੇ ਵਿੱਚ ਅਸੀਂ ਐਡਮਿਸ਼ਨ ਚਾਹਾਂਗੇ ਉਸ ਦੇ ਵਿੱਚ ਪੈ ਜਾਏਗੀ ਬੱਚੇ ਦੀ, ਔਰ ਬੱਚੇ ਵੱਲੋਂ ਵੀ ਸਾਡੇ ਵੱਲੋਂ ਜਿਹੜਾ ਕੋਰਸ ਹੈ ਰੈਲੇਵੈਂਟ ਕੋਰਸ ਆ ਉਹ ਮਿਲ ਸਕਦਾ ਹੈ, ਕਿਉਂਕਿ ਇਹ ਰਿਲੈਕਸੇਸ਼ਨ ਹੈ। ਜੇ ਬੱਚੇ ਦਾ ਆਈਲੈਟਸ ਸਕੋਰ ਕਿਤੇ ਨਾ ਕਿਤੇ ਘੱਟ ਹੈ ਤੇ ਅਕੈਡਮਿਕ ਉਹਦਾ ਜਿਹੜਾ ਪਰਸੈਂਟੇਜ ਅੱਛੀ ਹੈ ਤੇ ਬੱਚੇ ਨੂੰ ਈਜ਼ੀਲੀ ਐਡਮਿਸ਼ਨ ਮਿਲ ਸਕਦੀ ਹੈ, ਤੇ ਕੈਨੇਡਾ ਲਈ ਬੱਚੇ ਦਾ ਈਜ਼ੀਲੀ ਹੋ ਸਕਦਾ ਹੈ। ਇਹ ਸਾਨੂੰ ਥਰੂ ਈਮੇਲ ਆਪਣੇ ਡਾਕੂਮੈਂਟਸ ਭੇਜ ਦੇਣ ਤਾਂ ਕਿ ਅਸੀਂ ਇਹਨਾਂ ਨੂੰ ਅੱਗੇ ਦੈਨ ਪ੍ਰੋਸੈਸ ਔਰ ਦੈਨ ਅੱਗੇ ਕੀ ਕਰਨਾ ਹੈ ਇਹਨਾਂ ਨੂੰ ਦੱਸ ਸਕੀਏ ਜੀ। ਜਿਹੜੇ ਬੱਚੇ 1 ਚ 5.5 ਨੇ ਜੀ, ਉਹ ਮੋਡਿਊਲ ਕਿਹੜੇ ਦੇ ਵਿੱਚ ਨੇ ਉਹ ਵੀ ਮੈਟਰ ਕਰਦਾ। ਹੁਣ ਕਈਆਂ ਦੇ
ਰੀਡਿੰਗ ਦੇ ਵਿੱਚ ਨੇ ਜਾਂ ਰਾਈਟਿੰਗ ਦੇ ਵਿੱਚ ਨੇ, ਉਹ ਕੀ ਮੈਟਰ ਹੈ ਜੀ, ਜਾਂ ਲਿਸਨਿੰਗ ਤੇ ਸਪੀਕਿੰਗ ਦੇ ਵਿੱਚ ਨੇ, ਉਹਦਾ ਕੀ ਮੈਟਰ ਕਰਦਾ? ਉਹਦਾ ਮੈਟਰ ਡਿਪੈਂਡ ਟੂ ਕੋਰਸ ਹੁੰਦਾ ਹੈ ਅਮਨ ਜੀ। ਇਹ ਵੀ ਮੈਟਰ ਕਰਦਾ ਹੈ ਕਿ ਲਿਸਨਿੰਗ ਜਾਂ ਸਪੀਕਿੰਗ ਦੇ ਵਿੱਚੋਂ ਕਈ ਵਾਰ ਬੱਚੇ ਦਾ ਜਿਹੜਾ ਕੋਰਸ ਹੈ ਉਹ ਕਮਿਊਨੀਕੇਸ਼ਨ ਸਕਿੱਲਸ ਦੇ ਨਾਲ ਰਿਲੇਟਡ ਹੁੰਦਾ ਹੈ, ਉੱਥੇ ਇਹ ਚੀਜ਼ ਮੈਟਰ ਹੁੰਦੀ ਹੈ ਕਿ ਉਹਦੇ ਤੁਹਾਡੇ ਸਪੀਕਿੰਗ ਤੇ ਲਿਸਨਿੰਗ ਦੇ ਵਿੱਚੋਂ ਜੇ ਤੁਹਾਡੇ ਮਾਰਕਸ ਘੱਟ ਨੇ ਤੇ ਕਿਤੇ ਨਾ ਕਿਤੇ ਅਸੀਂ ਜੇ ਕੋਰਸ ਲੈ ਲੈਂਦੇ ਹਾਂ ਜਾਂ ਤਾਂ ਸਾਨੂੰ ਕੋਰਸ ਹੀ ਨਹੀਂ ਮਿਲਦਾ, ਤੇ ਜੇ ਮਿਲ ਜਾਂਦਾ ਹੈ ਕਾਲਜ ਵੱਲੋਂ ਇਹ ਚੀਜ਼ ਤੇ ਧਿਆਨ ਨਾ ਦਿੱਤਾ ਜਾਵੇ ਤੇ ਵੀਜ਼ਾ ਅਫਸਰ ਵੱਲੋਂ ਵੀ ਇਸ ਚੀਜ਼ ਤੇ ਵੀ ਰਿਜੈਕਸ਼ਨ ਆ ਸਕਦੀ ਹੈ। ਇਸ ਕਰਕੇ 5.5 ਹੋਣਾ ਹੀ ਕਾਫੀ ਨਹੀਂ, ਦੇਖਣਾ ਪੈਂਦਾ ਮੋਡਿਊਲ ਕਿਹੜੇ ਦੇ ਵਿੱਚ ਆਈਲੈਟਸ ਸਕੋਰ ਜਿਹੜਾ ਤੁਹਾਡਾ ਘੱਟ ਹੈ, ਕਿਹੜੇ ਮੋਡਿਊਲ ਚੋਂ ਘੱਟ ਹੈ। ਇਸ ਕਰਕੇ ਜੇ ਤੁਹਾਡੇ ਰੀਡਿੰਗ ਚੋਂ ਘੱਟ ਹੈ ਤੇ ਉਹ ਕਿਤੇ ਨਾ ਕਿਤੇ ਚੀਜ਼ਾਂ ਐਡਜਸਟ ਹੋ ਜਾਂਦੀਆਂ। ਲਿਸਨਿੰਗ ਸਪੀਕਿੰਗ ਆਪਣੇ ਲਈ ਬਹੁਤ ਹੀ ਇੰਪੋਰਟੈਂਟ ਹੈ, ਉਹ ਮੈਟਰ ਕਰਦੀ ਹੈ। ਸੋ ਬਿਲਕੁਲ ਜੀ, ਇਹ ਐਡ ਇਹੀ ਹੁੰਦੀ ਹੈ ਵੀ 1 ਚੋਂ 5.5 ਵੀਜ਼ਾ ਲੱਗ ਜਾਏਗਾ। ਇਹ ਪਿਛਲੀ ਚੀਜ਼ਾਂ ਕੌਣ ਦੱਸੇਗਾ ਜਿਹੜੀਆਂ? ਇਹ ਸਾਡੇ ਕੰਸਲਟੈਂਟ ਦਾ ਹੀ ਫਰਜ਼ ਬਣਦਾ ਹੈ ਕਿ ਅਮਨ ਜੀ ਉਹਨਾਂ ਨੂੰ ਅਸੀਂ ਸਮਝਾ ਸਕੀਏ। ਜਿਵੇਂ ਆਪਾਂ ਅੱਜ ਮੰਚ ਤੇ ਬੈਠੇ ਹਾਂ, ਤੁਸੀਂ ਮੈਨੂੰ ਚੀਜ਼ਾਂ ਪੁੱਛੀਆਂ, ਆਪਾਂ ਅੱਜ ਕਲੀਅਰ ਕੀਤੀਆਂ। ਕਾਫੀ ਸਟੂਡੈਂਟਸ ਨੂੰ ਇਹ ਚੀਜ਼ਾਂ ਕਲੀਅਰ ਹੋਣਗੀਆਂ। ਇਹ ਜਿਹੜਾ ਰੌਲਾ ਪਿਆ ਹੋਇਆ ਮਾਰਕੀਟ 'ਚ 1 ਚੋਂ 5.5 ਤੇ ਵੀਜ਼ਾ ਨਹੀਂ ਲੱਗਦਾ ਜੀ, 2 ਚੋਂ 5.5 ਤੇ ਵੀਜ਼ਾ ਨਹੀਂ, ਕਿਹੜੇ ਮੋਡਿਊਲ ਚੋਂ 5.5 ਤੇ ਵੀਜ਼ਾ ਨਹੀਂ ਲੱਗਦਾ ਔਰ ਕਿਹੜੇ ਮੋਡਿਊਲ ਦੇ ਵਿੱਚੋਂ 5.5 ਤੇ ਵੀਜ਼ਾ ਲੱਗ ਜਾਂਦਾ ਹੈ, ਉਹ ਚੀਜ਼ਾਂ ਸਾਨੂੰ ਵੀ ਸਮਝਾਉਣੀਆਂ। ਬੇਸਿਕਲੀ ਨਾ ਸੁਣਨ 'ਚ ਹੀ ਆਉਂਦਾ ਸੀ ਵੀ ਉਹ ਫਲਾਣੇ ਦੇ 1 ਚੋਂ 5.5 ਸੀ ਵੀਜ਼ਾ ਲੱਗ ਗਿਆ, ਮੇਰਾ ਰਿਜੈਕਟ ਹੋ ਗਿਆ। ਉਹ ਰੀਜ਼ਨ ਮੋਡਿਊਲਸ ਦੀ ਬੜੀ ਉਹ ਚੀਜ਼ ਉਹ ਮੈਟਰ ਕਰਦੀ ਹੈ। ਸੈਕੰਡਲੀ ਤੁਸੀਂ ਉਹ ਮੋਡਿਊਲ ਚੋਂ ਜੇ ਤੁਹਾਡੇ ਪਰਸੈਂਟੇਜ ਉਹ ਮਾਰਕਸ ਘੱਟ ਨੇ, ਸਕੋਰ ਘੱਟ ਨੇ, ਆਈਲੈਟਸ ਸਕੋਰ ਘੱਟ ਨੇ, ਤਾਂ ਵੀ ਉਹ ਚੀਜ਼ ਬੜੀ ਮੈਟਰ ਕਰਦੀ ਹੈ ਤੁਸੀਂ ਕੋਰਸ ਕਿਹੜਾ ਲਿਆ। ਤੇ ਉਹ ਕੋਰਸ ਕਰਕੇ ਕਈ ਵਾਰ 3 ਚੋਂ 5.5 ਤੇ 2 ਚੋਂ 5.5 ਤੇ ਓਵਰਆਲ 5.5 ਤੇ ਵੀਜ਼ਾਸ ਆ ਜਾਂਦੇ ਨੇ, ਤੇ ਉਹ ਚੀਜ਼ਾਂ ਮੈਟਰ ਕਰਦੀਆਂ ਕਿ ਤੁਸੀਂ ਕੋਰਸ ਕਿਹੜਾ ਲਿਆ ਤੇ ਤੁਸੀਂ ਕਿਸ ਕੋਰਸ ਲਈ ਜਾ ਰਹੇ ਹੋ। ਐਕੈਡਮਿਕ ਪਰਸੈਂਟੇਜ ਹਰ ਚੀਜ਼ ਮੈਟਰ ਕਰਦੀ ਹੈ। ਸੋ ਥੋੜਾ ਜਿਹਾ ਮੈਂ ਚਾਹੁੰਦਾ ਵੀ ਆਸਟ੍ਰੇਲੀਆ ਬਾਰੇ ਵੀ ਦੱਸ ਦਿਓ। ਆਸਟ੍ਰੇਲੀਆ ਦਾ ਸਿਨੈਰੀਓ ਕੀ ਚੱਲ ਰਿਹਾ? ਜਿਵੇਂ ਤੁਹਾਡੇ ਲਾਸਟ ਵੀ ਵੀਜ਼ਾਸ ਆਏ ਨੇ ਜੀ, ਕਿਹੜੀ ਪ੍ਰੋਫਾਈਲ ਨੂੰ ਵੀਜ਼ਾ ਮਿਲ ਰਿਹਾ ਹੈ? ਅਮਨ ਜੀ, ਜੇ ਮੈਂ +2 ਵਾਲੇ ਬੱਚਿਆਂ ਦੀ ਗੱਲ ਕਰਾਂ ਤੇ 5.5 ਆਈਲੈਟਸ ਸਕੋਰ ਵਾਲੇ ਬੱਚਿਆਂ ਦੀ ਗੱਲ ਕਰਾਂ, ਸਾਡੇ ਕਾਲਜਸ ਦੇ ਵੀਜ਼ਾ ਆਏ ਆ ਜਿਹੜੇ ਕਿ ਯੂਨੀਵਰਸਿਟੀ ਦੇ 12 13 ਲੱਖ 10 ਲੱਖ 9 ਲੱਖ ਫੀਸ ਬੱਚੇ ਭਰ ਕੇ, ਸਾਲ ਦੀ ਫੀਸ ਦੀ ਮੈਂ ਗੱਲ ਕਰ ਰਹੀ ਹਾਂ, ਬੱਚੇ ਭਰ ਕੇ ਉੱਥੇ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈਂਦੇ ਸੀਗੇ। ਤੇ ਸਾਡੇ ਕੰਸਲਟੈਂਟ ਭਰਾਵਾਂ ਵੱਲੋਂ ਕਿਹਾ ਜਾਂਦਾ ਸਿਰਫ ਯੂਨੀਵਰਸਿਟੀਜ਼ ਦੇ ਵੀਜ਼ਾਸ ਨਿਕਲਦੇ ਆ, ਕਾਲਜਸ ਦੇ ਵੀਜ਼ਾ ਨਹੀਂ ਨਿਕਲਦੇ। ਕਾਫੀ ਸਟੂਡੈਂਟ ਸਾਡੇ ਸਾਨੂੰ ਇਹ ਕੁਐਸਚਨ ਪੁੱਟ ਅਪ ਕਰਦੇ ਸੀਗੇ, ਬਟ ਜਿਹੜੇ ਸਾਡੇ ਹੁਣ ਵੀਜ਼ਾਸ ਨਿਕਲੇ ਨੇ ਉਹ ਕਾਲਜਸ ਦੇ ਨਿਕਲੇ ਨੇ। ਤੁਸੀਂ ਦੇਖੋ ਕਿੱਡਾ ਵੱਡਾ ਰਿਲੈਕਸਿੰਗ ਪੁਆਇੰਟ ਆ ਸਟੂਡੈਂਟਸ ਦੇ ਲਈ ਕਿ ਉਹਨੇ ਕਿੱਥੇ 3.5 ਲੱਖ ਫੀਸ ਭਰਨੀ ਹੈ ਤੇ ਕਿੱਥੇ 9 ਤੋਂ 10 ਲੱਖ ਫੀਸ ਭਰ ਕੇ ਜਾਣਾ ਹੈ। ਤੇ 5.5 ਆਈਲੈਟਸ ਸਕੋਰ ਵਾਲੇ ਬੱਚਿਆਂ ਦੇ ਵੀ ਕਾਲਜਸ ਦੇ ਸਾਡੇ ਵੀਜ਼ਾ ਨਿਕਲ ਰਹੇ ਨੇ। ਤੇ ਤੁਸੀਂ ਜੇ ਆਪਣਾ ਪ੍ਰੋਫਾਈਲ ਦੇਣਾ ਚਾਹੁੰਦੇ ਹੋ ਤੇ ਨਵੰਬਰ ਇਨਟੇਕ ਹੈ ਸਾਡੇ ਕੋਲ, ਬਹੁਤ ਜ਼ਿਆਦਾ ਸਮਾਂ ਨਹੀਂ ਹੈ, 10-15 ਦਿਨ ਸਾਡੇ ਕੋਲ ਨੇ ਜਿਹਦੇ ਵਿੱਚ ਅਸੀਂ ਤੁਹਾਡਾ ਅਪਲਾਈ ਕਰ ਸਕਦੇ ਹਾਂ। ਔਰ ਜੇ ਤੁਹਾਨੂੰ ਉੱਥੋਂ ਕਾਲਜ ਪਰਮਿਸ਼ਨ ਦੇ ਦਿੰਦਾ ਹੈ, ਸਾਡੇ ਜਿਹੜੇ ਸਟੂਡੈਂਟਸ ਦੀਆਂ ਵੀਜ਼ਾਸ ਆਏ ਨੇ, ਅਸੀਂ ਕਾਲਜ ਤੋਂ ਪਰਮਿਸ਼ਨ ਲੈ ਲਈ ਹੈ ਤੇ ਉਹ ਪਰਮਿਸ਼ਨ ਤੋਂ ਬਾਅਦ ਚ ਸਟੂਡੈਂਟ ਫਲਾਈ ਕਰ ਸਕਦੇ ਨੇ। ਤੇ 14 ਦਿਨ ਦਾ ਕੁਆਰੰਟਾਈਨ ਜਿਹੜਾ ਟਾਈਮ ਦਿੱਤਾ ਹੋਇਆ ਹੈ ਤੇ ਉਹ ਟਰਾਈ ਅਸੀਂ ਕਰ ਰਹੇ ਹਾਂ ਕਿ ਕਾਲਜ ਹੀ ਤੁਹਾਨੂੰ ਪ੍ਰੋਵਾਈਡ ਕਰਵਾ। ਇਹ ਜਿਹੜਾ ਪਾਇਲਟ ਪ੍ਰੋਜੈਕਟ ਉਹਨਾਂ ਦਾ ਪਹਿਲੀ ਫਲਾਈਟ? ਹਾਂਜੀ, ਪਹਿਲੀ ਫਲਾਈਟ। ਹਾਂਜੀ। ਸੋ ਮੈਂ ਇੱਥੇ ਚਾਹੁੰਦਾ ਜੀ ਜਿਹੜੇ ਕੁਝ ਵੀਜ਼ਾ ਆਏ ਨੇ ਉਹਦੇ ਚੋਂ ਕੁਝ ਬੱਚਿਆਂ ਨੂੰ ਵੀ ਤੁਹਾਨੂੰ ਮਿਲਾ ਦਿੱਤਾ ਜਾਵੇ ਤਾਂ ਕਿ ਬੱਚਾ ਵੀ ਆਪਣੇ ਦੁਆਰਾ ਜੋ ਫੀਡਬੈਕ ਰਹੀ ਹੈ ਇਹਨਾਂ ਦੀ ਕੰਪਨੀ ਦੁਆਰਾ ਉਹ ਸਾਂਝੀ ਕਰ ਸਕੇ। ਉਹ ਮਿਲਦੇ ਆ ਉਹ ਬੱਚੇ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਕੌਰ CFC ਤੋਂ, ਤੇ ਮੇਰੇ ਸਟੂਡੈਂਟ ਲਖਾਨੀ ਦਾ ਅੱਜ ਵੀਜ਼ਾ ਆਇਆ ਹੈ। ਇਹਨਾਂ ਨੇ 2017 ਦੇ ਵਿੱਚ ਜਿਹੜੀ ਕਿ ਆਪਣੀ +2 ਕੀਤੀ ਸੀ, ਉਸ ਤੋਂ ਬਾਅਦ ਗੈਪ ਸੀਗਾ। ਇਹਨਾਂ ਦਾ ਆਈਲੈਟਸ ਸਕੋਰ ਵੀ ਜਿਹੜਾ 1 ਚੋਂ 5.5 ਸੀਗੇ। ਔਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਟੂਡੈਂਟ ਦਾ ਜਿਹੜਾ ਕਿ ਆਹ ਪੀਰੀਅਡ ਚੱਲ ਰਿਹਾ ਲੋਕਡਾਊਨ ਵਾਲਾ, ਸਾਡਾ ਪੈਂਡਮਿਕ ਜਿਹੜੀ COVID-19 ਡਿਊਰਿੰਗ ਵੀਜ਼ਾ ਆਇਆ ਸਾਡੇ ਸਟੂਡੈਂਟਸ ਦਾ। ਤੇ ਅੱਜ ਮੈਂ ਆਪਣੇ ਸਟੂਡੈਂਟ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ? ਕਾਫੀ ਅਫਵਾਹਾਂ ਸੁਣੀਆਂ ਸੀ ਸਾਡੀ ਕੰਪਨੀ ਨੂੰ ਲੈ ਕੇ, ਕਾਫੀ ਲੋਕਾਂ ਨੇ ਇਹਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ ਸੀਗੀ, ਪਰ ਲਖਾਨੀ ਨੇ ਸਾਡੇ ਤੇ ਵਿਸ਼ਵਾਸ ਰੱਖਿਆ ਔਰ ਸਾਡੇ ਸਟਾਫ ਤੇ ਵਿਸ਼ਵਾਸ ਰੱਖਿਆ। ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ। ਜਿਹੜਾ ਅਸੀਂ ਅੱਜ ਵੀਜ਼ਾ ਲਿਆ ਹੈ ਇਹ ਮੈਂ ਹੈਂਡਓਵਰ ਕਰਨ ਜਾ ਰਹੀ ਹਾਂ। ਲਖਾਨੀ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਬਹੁਤ ਬਹੁਤ। ਤੇ ਦੱਸੋ ਤੁਹਾਡਾ ਕੀ ਐਕਸਪੀਰੀਅੰਸ ਰਿਹਾ, ਤੁਹਾਨੂੰ ਕਿਵੇਂ ਲੱਗਿਆ? ਮੈਮ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਸੀ। ਲੋਕਡਾਊਨ ਦੇ ਵਿੱਚ ਮੇਰਾ ਵੀਜ਼ਾ ਆਇਆ ਤੇ ਬਹੁਤ ਵਧੀਆ ਇੱਥੋਂ ਦਾ ਸਟਾਫ ਆ, ਬੜਾ ਕੋਆਪਰੇਟਿਵ ਸਟਾਫ ਆ, ਤੇ ਮੈਂ ਬਹੁਤ ਬਹੁਤ ਥੈਂਕ ਯੂ ਕਹਿਣਾ ਚਾਹੂੰਗਾ ਮੈਡਮ ਨੂੰ। ਤੇ ਇਹਨਾਂ ਨੇ ਮੇਰਾ ਵੀਜ਼ਾ ਬੜੀ ਜਲਦੀ ਵਿਦਿਨ ਅ ਵੀਕ ਵੀਜ਼ਾ ਆ ਗਿਆ ਮੇਰਾ ਫਾਈਲ ਲੱਗਣ ਤੋਂ ਬਾਅਦ। ਤੇ ਮੇਰੇ ਆਈਲੈਟਸ ਸਕੋਰ ਵੀ ਘੱਟ ਸੀਗੇ, 1 ਚੋਂ 5.5 ਬੈਂਡ ਸੀ। ਤੇ ਮੋਸਟਲੀ ਜਿਹੜੀ ਮੇਰੀ ਮੇਨ ਪ੍ਰੋਬਲਮ ਸੀ ਉਹ ਮੇਰੀ ਗੈਪ ਦੀ ਸੀ। 2017 ਪਾਸ ਆਊਟ ਸੀ ਮੈਂ +2 ਤੋਂ। ਤੇ ਸਾਡਾ ਇਹ ਵੀਜ਼ਾ ਮੈਡਮ ਹੁਣੀ CFC ਤੋਂ ਲਗਵਾ ਕੇ ਦਿੱਤਾ। ਮੈਂ ਮੈਡਮ ਨੂੰ ਦਾ ਬਹੁਤ ਬਹੁਤ ਥੈਂਕ ਯੂ ਕਰਦਾ। ਥੈਂਕ ਯੂ ਮੈਮ। ਥੈਂਕ ਯੂ ਲਖਾਨੀ। ਸੋ ਇਹ ਸੀਗੇ ਜੀ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਜੋ ਉਹਨਾਂ ਦਾ CFC ਦੁਆਰਾ ਰਿਹਾ।
ਤੁਸੀਂ ਇਹਨਾਂ ਦੁਆਰਾ ਫ੍ਰੀ ਆਫ ਕਾਸਟ ਕਾਉਂਸਲਿੰਗ ਚਾਹੁੰਦੇ ਹੋ, ਸਰਵਿਸ ਚਾਹੁੰਦੇ ਹੋ, ਕੋਈ ਜਿਹੜੀ ਤੁਹਾਨੂੰ ਆਪਸ਼ਨ ਦੱਸੀਆਂ ਜਾਣ ਤੁਹਾਡੀਆਂ ਪ੍ਰੋਪਰ ਕੋਰਸ ਨੂੰ ਲੈ ਕੇ ਜਿਹੜੀਆਂ ਦਿੱਕਤਾਂ ਨੇ, ਕਨਫਿਊਜ਼ਨਸ ਨੇ, ਉਹਨੂੰ ਦੂਰ ਕੀਤਾ ਜਾਵੇ, ਤਾਂ ਇਹਨਾਂ ਦੇ ਨੰਬਰ 'ਤੇ ਕਾਲ ਕਰ ਸਕਦੇ ਹੋ। ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ, ਬਟ ਮੈਂ ਕੋਈ ਖਾਸ ਮੈਸੇਜ ਦੇਣਾ ਚਾਹੂੰ। ਖਾਸ ਮੈਸੇਜ ਅਮਨ ਜੀ ਮੇਰਾ ਸਟੂਡੈਂਟਸ ਨੂੰ ਇਹ ਹੈ ਕਿ ਜਨਵਰੀ ਇਨਟੇਕ ਬਹੁਤ ਦੂਰ ਨਹੀਂ ਹੈ। ਜੇ ਤੁਸੀਂ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਹੋ, ਔਰ ਸਾਨੂੰ ਪੂਰੀ ਉਮੀਦ ਹੈ 30 ਸਤੰਬਰ ਤੱਕ ਫਿੰਗਰਪ੍ਰਿੰਟ ਓਪਨ ਹੋ ਜਾਣਗੇ। ਆਪਾਂ AIP ਵਾਲੀ ਜਿਹੜੀ ਇੱਕ ਸਟੇਜ 2 ਸਟੇਜ ਵਾਲੀ ਚੀਜ਼ ਤੋਂ ਅਸੀਂ ਨਿਕਲ ਜਾਵਾਂਗੇ ਅਤੇ ਬਹੁਤ ਹੀ ਜਲਦ ਅਸੀਂ ਕੈਨੇਡਾ ਦੇ ਫਿਰ ਤੋਂ ਵੀਜ਼ਾਸ ਲਵਾਂਗੇ। ਔਰ ਜਿਹੜੇ ਬੱਚੇ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਨੇ ਉਹ ਆਪਣਾ ਜਲਦੀ ਤੋਂ ਜਲਦੀ ਅਪਲਾਈ ਕਰਨ। 5.5 ਆਈਲੈਟਸ ਸਕੋਰ ਵਾਲਿਆਂ ਲਈ ਬਹੁਤ ਅੱਛਾ ਮੌਕਾ ਹੈ ਅਤੇ ਕਾਲਜਸ ਦੇ ਵੀਜ਼ਾ ਈਜ਼ੀਲੀ ਆ ਰਹੇ ਨੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਅਮਨ ਜੀ। ਧੰਨਵਾਦ ਸਾਰੇ ਦਰਸ਼ਕਾਂ ਦਾ ਜੀ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।